ਇਹ ਜਿਹੜਾ ਘਪਲਾ ਇਹ ਚੱਕੀ ਫਿਰਦੇ ਨੇ ਰਿਕਾਰਡ। ਪਹਿਲਾਂ ਮੈਨੂੰ ਤੁਸੀਂ ਇੱਕ ਗੱਲ ਦੱਸੋ, ਜਿਹੜੀ ਚੀਜ਼ ਦੀ ਇਨਕੁਆਇਰੀ ਚੱਲਦੀ ਹੋਵੇ ਉਹਦਾ ਰਿਕਾਰਡ ਬਾਹਰ ਆ ਸਕਦਾ? ਉਹ ਦਿਨ ਦੂਰ ਨਹੀਂ ਜਿੱਦੇ ਨਾਭੇ ਦੀ ਸਾਰੀ ਜਿਹੜੀ ਆਪ ਵਾਲੀ ਦੀ ਲੀਡਰਸ਼ਿਪ ਆ ਨਾ ਮਾਫੀ ਮੰਗ ਕੇ ਖੜਾ ਛਡਾਵੇ। ਜਿਵੇਂ ਕੇਜਰੀਵਾਲ ਸਾਹਿਬ ਨੇ, ਮਾਨਯੋਗ ਮੁੱਖ ਮੰਤਰੀ ਦਿੱਲੀ ਨੇ, ਅੰਮ੍ਰਿਤਸਰ ਦੇ ਵਿੱਚ ਪਹਿਲਾਂ ਇਲਜ਼ਾਮ ਲਾਤੇ ਸਿਆਸੀ ਪਾਰਟੀ ਤੇ, ਜਦੋਂ ਉਹਨਾਂ ਨੇ ਮਾਣਹਾਨੀ ਦਿੱਤੀ ਤਾਂ ਕੇਸ ਪਾਇਆ, ਫਿਰ ਲਿਖਤੀ ਰੂਪ ਦੇ ਵਿੱਚ ਮਾਫੀ ਮੰਗ ਕੇ ਖਹਿੜਾ ਛਡਾਇਆ ਉਹਨਾਂ ਨੇ। ਆਪ ਦੀ ਲੀਡਰਸ਼ਿਪ ਨੂੰ ਤਾਂ ਇਹ ਚਾਹੀਦਾ ਵੀ ਪਹਿਲਾਂ ਆਪਣੀ ਮੰਜੀ ਥੱਲੇ ਸੋਟੀ ਮਾਰਨ। ਇਲੈਕਸ਼ਨ ਦੇ ਵਿੱਚ 2016-17 ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਕਰੋੜਾਂ ਰੁਪਈਆ ਇਹਨਾਂ ਨੇ ਟਿਕਟਾਂ ਦੇ ਰੂਪ ਵਿੱਚ ਇਕੱਠਾ ਕਰ ਲਿਆ। ਅੱਜ ਜਿਹੜਾ ਦੇਵ ਮਾਨ ਜੀ ਗੱਲਾਂ ਕਰ ਰਹੇ ਨੇ, ਇਹ ਵੀ 1 ਕਰੋੜ ਰੁਪਈਆ ਦੇ ਕੇ ਇਹਨਾਂ ਨੇ ਟਿਕਟ ਲਈ ਸੀ, ਜੋ ਅਸੀਂ ਨਾਭੇ ਦੇ ਵਿੱਚ ਵਿਰੋਧੀਆਂ ਤੋਂ ਸੁਣਦੇ ਸੀ। ਮੈਂ ਤੁਹਾਨੂੰ ਦਾਅਵੇ ਨਾ ਕਹਿਣਾ, ਆਮਣ ਅਰੋੜਾ ਜੀ ਤੇ ਭਗਵੰਤ ਮਾਨ ਜੀ ਦੇ ਵਿੱਚ ਖੜਕ ਜਾਣੀ ਹੈ, ਇਹ ਫਿਰ ਪਾਰਟੀ ਖੇਡ ਸ਼ੁਰੂ ਹੋ ਜਾਣੀ ਹੈ। ਉਹਨੇ ਕਹਿਣਾ ਸੀਐਮ ਦਾ ਕੈਂਡੀਡੇਟ ਮੈਂ ਆ, ਭਗਵੰਤ ਮਾਨ ਨੇ ਕਹਿਣਾ ਮੈਂ ਆ। ਏਵਨ ਪੰਜਾਬੀ ਦੀ ਨਵੀਂ ਅਪਡੇਟ ਲਈ ਬੈਲ ਆਈਕਨ ਨੂੰ ਕਲਿੱਕ ਕਰੋ ਤੇ ਏਵਨ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਐਸਸੀ ਅਤੇ ਬੀਸੀ ਵਿਦਿਆਰਥੀਆਂ ਦੇ ਵਜ਼ੀਫੇ ਵਿੱਚ ਹੋਏ ਘੁਟਾਲੇ ਨੂੰ ਲੈ ਕੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਗੰਭੀਰ ਆਰੋਪ ਲਗਾਏ ਜਾ ਰਹੇ ਨੇ, ਜਿੱਥੇ ਵਿਰੋਧੀ ਪਾਰਟੀਆਂ ਵੱਲੋਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਖਿਲਾਫ ਧਰਨੇ ਪ੍ਰਦਰਸ਼ਨ ਕਰਕੇ ਉਹਨਾਂ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ। ਉੱਥੇ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਨਾਭਾ ਬਲਾਕ ਦੇ ਦਿਹਾਤੀ ਪ੍ਰਧਾਨ ਬਲਵਿੰਦਰ ਸਿੰਘ ਬਿੱਟੂ ਅਤੇ ਕਾਂਗਰਸੀ ਆਗੂ ਜਤੀ ਅਬੇਪੁਰ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਹੱਕ ਵਿੱਚ ਉਤਰੇ ਨੇ। ਉਹਨਾਂ ਕਿਹਾ ਕਿ ਜੋ ਆਰੋਪ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਲੱਗ ਰਹੇ ਨੇ ਉਹ ਬੇਬੁਨਿਆਦੀ ਨੇ। ਇਸ ਦੇ ਨਾਲ ਹੀ ਉਹਨਾਂ ਨੇ ਜਿੱਥੇ ਕਾਂਗਰਸ ਪਾਰਟੀ ਨੂੰ ਇਮਾਨਦਾਰ ਦੱਸਿਆ, ਉੱਥੇ ਹੀ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਪਾਰਟੀ ਤੇ ਖੂਬ ਨਿਸ਼ਾਨੇ ਵੀ ਸਾਧੇ। ਅਸੀਂ ਵੀਰ ਜੀ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਜਿਹੜਾ ਇਹ ਵਿਰੋਧੀ ਧਿਰਾਂ ਇਹ 64 ਕਰੋੜ ਰੁਪਏ ਦਾ ਇਲਜ਼ਾਮਬਾਜ਼ੀ ਲਾਉਂਦੀਆਂ ਨੇ, ਇਹ ਸਰਾਸਰ ਬੇਬੁਨਿਆਦ ਤੇ ਝੂਠਾ। ਉਹਦਾ ਕਾਰਨ ਮੈਂ ਦੱਸਦਾ। ਉਹਦਾ ਕਾਰਨ ਇਹ ਹੈ ਕਿ 2018 'ਚ ਇੱਕ ਵਾਰ ਇਹ ਸਕੀਮ ਬੰਦ ਹੋ ਚੁੱਕੀ ਸੀ। ਉਸ ਤੋਂ ਬਾਅਦ ਸਾਰਿਆਂ ਤੋਂ NOC ਲਈ ਜਾਂਦੀ ਆ, ਦੁਬਾਰਾ ਫਿਰ 303 ਕਰੋੜ ਰੁਪਈਆ ਆ ਗਿਆ। ਔਰ ਜਿਹੜਾ ਰੁਪਈਆ ਆਇਆ ਉਹ ਸਾਰਾ ਜੋ ਸਾਡੇ ਸੈਕਟਰੀ ਸਾਹਿਬ, ਚੀਫ ਸੈਕਟਰੀ ਸਾਹਿਬ ਜੋ ਵੀ ਸੀ, ਉਹਨਾਂ ਨੇ ਕੇਸ ਤਿਆਰ ਫੁੱਟ ਕਰਕੇ ਉਹ ਉਸ ਵੰਡ ਤੇ ਇਹ ਜਿਹੜਾ ਘਪਲਾ ਇਹ ਚੱਕੀ ਫਿਰਦੇ ਨੇ ਰਿਕਾਰਡ। ਪਹਿਲਾਂ ਮੈਨੂੰ ਤੁਸੀਂ ਇੱਕ ਗੱਲ ਦੱਸੋ, ਜਿਹੜੀ ਚੀਜ਼ ਦੀ ਇਨਕੁਆਇਰੀ ਚੱਲਦੀ ਹੋਵੇ ਉਹਦਾ ਰਿਕਾਰਡ ਬਾਹਰ ਆ ਸਕਦਾ? ਇੱਕ ਤੱਥਹੀਣ ਰਿਪੋਰਟ ਇਹ ਚੱਕੀ ਫਿਰਦੇ ਨੇ ਹੱਥਾਂ ਦੇ ਵਿੱਚ, ਜਿਹਦਾ ਕੋਈ ਵਜੂਦ ਨਹੀਂ, ਜਿਹਦੀ ਕੋਈ ਕੀਮਤ ਨਹੀਂ, ਕੋਈ ਵੈਲਿਊ ਨਹੀਂ। ਇੱਕ ਕੇਸ ਦੀ ਇਨਕੁਆਇਰੀ ਚੱਲ ਰਹੀ ਆ, ਉਹ ਘੁਟਾਲੇ ਦੀ ਇਨਕੁਆਇਰੀ ਚੱਲ ਰਹੀ ਆ, ਉਹਦੀ ਰਿਪੋਰਟ ਪਹਿਲਾਂ ਬਾਹਰ ਕਿਵੇਂ ਆ ਜਾਊਗੀ? ਇਹ ਸਮਕਾਂ ਦੀ ਜਿਨ੍ਹਾਂ ਦੇ ਕੋਲ ਵੀ ਇਹ ਰਿਪੋਰਟਾਂ ਨੇ, ਉਹ ਇੱਕ ਸਾਡੇ ਸੰਵਿਧਾਨ ਦੇ ਦੋਸ਼ੀ ਨੇ। ਤਾਂ ਮੰਤਰੀ ਜੀ ਸਾਡੇ ਬਿਲਕੁਲ ਇਮਾਨਦਾਰ ਨੇਤਾ ਨੇ, ਥੱਲੋਂ ਉੱਠ ਕੇ ਉਹ ਗਰੀਬੀ 'ਚੋਂ ਉੱਠ ਕੇ, ਗਰੀਬ ਪਰਿਵਾਰਾਂ 'ਚੋਂ ਉੱਠ ਕੇ ਉਹ 5 ਵਾਰ MLA ਬਣੇ, 2 ਵਾਰ, 1 ਵਾਰ ਸੰਸਦੀ ਸਕੱਤਰ ਬਣੇ, 1 ਵਾਰ ਉਹ ਮਾਨਯੋਗ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਉਹਨਾਂ ਨੂੰ ਪਹਿਲੀ ਕੈਬਨਿਟ ਦੇ ਵਿੱਚ ਸਹੁੰ ਚੁਕਾਈ, ਤਾਂ ਕਿਉਂਕਿ ਉਹਨਾਂ ਦੀ ਹੁਣ ਤੱਕ ਦੀ ਛਵੀ ਬਹੁਤ ਇਮਾਨਦਾਰ ਵਾਲੀ ਹੈ। ਨਹੀਂ, ਉਹ ਕਹਿੰਦੇ ਵਿਰੋਧੀ ਕਹਿੰਦੇ ਆਰੋਪ ਆ ਜਿਹੜੇ ਉਹ ਸਰਕਾਰਾਂ ਨਹੀਂ ਲਾ ਰਹੀਆਂ, ਜਿਹੜੇ ਤੁਹਾਡੇ ਆਪਣੇ ਅਫਸਰ ਸੀਗੇ ਉਹ ਹੀ ਲਾ ਰਹੇ। ਮੈਂ ਇਹਦਾ ਗੱਲ ਦਾ ਵੀ ਤੁਹਾਨੂੰ ਜਵਾਬ ਦਿੰਦਾ, ਮੈਂ ਪੂਰੇ ਸਬੂਤਾਂ ਨਾਲ ਜਵਾਬ ਦਊਂਗਾ, ਕਿਉਂਕਿ ਮਾਨਯੋਗ ਸਾਡੇ ਮੰਤਰੀ ਸਾਹਿਬ ਨੇ 1 ਸਾਲ ਪਹਿਲਾਂ ਇਸ ਜਿਹੜੇ ਕਿਰਪਾ ਸਰੋਜ ਜੀ ਨੇ, ਸਾਡੇ ਸਤਿਕਾਰਯੋਗ, ਮੈਂ ਤਾਂ ਅਫਸਰ ਨੇ IAS, ਮੈਂ ਤਾਂ ਸਤਿਕਾਰਯੋਗ ਹੀ ਕਹੂੰਗਾ, ਬਿਨੀ ਮਹਾਜਨ ਜੀ ਜੋ ਵੀ ਉਹਨਾਂ ਦਾ ਨਾਮ ਹੈ, ਮੈਨੂੰ ਤਾਂ ਉਹ ਸਤਿਕਾਰਯੋਗ ਨੇ ਸਾਡੇ। ਉਹ ਮਾਨਯੋਗ ਬਿਨੀ ਮਹਾਜਨ ਜੀ ਤਾਂ ਹੁਣ ਆਏ ਨੇ ਜੀ, ਜਿਹੜੇ ਕਿਰਪਾ ਸਰੋਜ ਜੀ ਨੇ, ਉਹਨਾਂ ਤੇ 1 ਸਾਲ ਪਹਿਲਾਂ ਮੰਤਰੀ ਜੀ ਨੇ ਲਿਖਤੀ ਰੂਪ ਦੇ ਵਿੱਚ, ਰਿਕਾਰਡ ਦੇ ਵਿੱਚ ਇਹ ਉਹਨਾਂ ਨੇ ਐਪਲੀਕੇਸ਼ਨ ਦਿੱਤੀ ਸੀ ਕਿ ਇਹ ਮੇਰੇ ਤੋਂ ਨਜਾਇਜ਼ ਕੰਮ ਕੁਛ ਆਪਣੇ ਚਹੇਤਿਆਂ ਨੂੰ ਜੁਆਇਨ ਕਰਾਉਣ ਦੇ ਵਾਸਤੇ ਜਾਂ ਉਹਨਾਂ ਨੂੰ ਪੈਸੇ ਦਿਵਾਉਣ ਦੇ ਵਾਸਤੇ, ਖੁਸ਼ ਕਰਨ ਦੇ ਵਾਸਤੇ ਵੀ ਮੇਰੇ ਤੇ ਪ੍ਰੈਸ਼ਰ ਬਣ ਰਿਹਾ। ਤਾਂ ਮੰਤਰੀ ਜੀ ਸਾਡੇ ਪ੍ਰੈਸ਼ਰ 'ਚ ਨਹੀਂ ਆਏ ਸੀਗੇ। ਇਸ 1 ਸਾਲ ਪਹਿਲਾਂ ਦੀ ਗੱਲ ਹੈ, ਇਹ ਇੱਕ ਔਨ ਦੀ ਰਿਕਾਰਡ ਕਹੋਗੇ ਤੁਹਾਨੂੰ। ਇਹ ਵੀ ਅਸੀਂ ਉਹਨਾਂ ਵਾਂਗੂ ਐਂ ਕਰਕੇ ਕਾਗਜ਼ ਨਹੀਂ ਦਿਖਾਉਣੇ ਤੁਹਾਨੂੰ, ਉਹ 1 ਸਾਲ ਦੀ ਜਿਹੜੀ ਉਹਦੀ ਨੋਟਿੰਗ ਆ ਤੁਹਾਨੂੰ ਲਿਆ ਕੇ ਦੇ ਦਾਂਗੇ। ਫਿਰ ਉਹ ਕੈਪਟਨ ਸਾਹਿਬ ਨੂੰ ਕਿਉਂ ਨਹੀਂ ਸਾਰੀ ਧਿਆਨ 'ਚ ਲਿਆਂਦਾ ਵੀ ਇਸ ਤਰ੍ਹਾਂ ਦਾ ਹੋਣਾ ਹੋ ਗਿਆ? ਕੈਪਟਨ ਸਾਹਿਬ ਦੇ ਧਿਆਨ 'ਚ ਆ ਗਿਆ, ਤਾਂ ਹੀ ਕੈਪਟਨ ਸਾਹਿਬ ਨੇ, ਮਾਨਯੋਗ ਕੈਪਟਨ ਸਾਹਿਬ ਸਾਡੇ ਬਹੁਤ ਸੂਝਵਾਨ ਮੁੱਖ ਮੰਤਰੀ ਨੇ, ਤੁਹਾਨੂੰ ਪਤਾ, ਸਾਰਿਆਂ ਨੂੰ ਪਤਾ। ਉਹਨਾਂ ਨੇ ਆਪ ਬਿਆਨ ਦੇਤਾ ਵੀ ਮੈਨੇ ਇਹਦੀ ਇਨਕੁਆਇਰੀ ਬਿਠਾ ਦਿੱਤੀ ਆ
ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ। ਤੁਸੀਂ ਸਬਰ ਕਰੋ। ਵਿਰੋਧੀ ਧਿਰ ਵਾਲਿਆਂ ਨੂੰ ਕਿਹਾ, ਵਿਰੋਧੀ ਧਿਰ ਵਾਲਿਆਂ ਨੂੰ ਕੰਮੇ ਨਹੀਂ ਕੋਈ। ਵੱਡੀ ਪ੍ਰੋਬਲਮ ਪਤਾ ਕਿੱਥੇ ਪੈ ਗਈ ਜੀ ਸਾਡੇ ਨਾਭੇ ਦੇ ਵਿਰੋਧੀ ਧਿਰਾਂ ਨੂੰ। ਇੱਕ ਤਾਂ ਜਿਹੜੇ ਆਪ ਵਾਲੇ ਨੇ, ਇਹ 5 ਬੰਦੇ ਨੇ ਟਿਕਟਾਂ ਦੇ ਚਾਹਵਾਨ। ਹਰੇਕ ਬੰਦਾ ਆਪਣੀ ਲੀਡਰੀ ਚਮਕਾਉਣ ਦੇ ਲਈ ਵੀ ਮੈਨੂੰ ਟਿਕਟ ਮਿਲ ਜੇ, ਮੈਨੂੰ ਟਿਕਟ ਮਿਲ ਜੇ, ਸ਼ਾਇਦ ਮੈਨੂੰ ਟਿਕਟ ਮਿਲ ਜੇ। ਇਹ ਹੋ ਰਿਹਾ ਮੁੱਦਾ। ਇਹ ਕੋਈ ਵੱਡੀ ਗੱਲ ਨਹੀਂ ਹੈਗੀ। ਝਾੜੂ ਵਾਲਿਆਂ ਦਾ ਤਾਂ ਕੰਮੇ ਹੀ ਆਪ ਵਾਲਿਆਂ ਦਾ ਵਿਰੋਧ ਲਾਉਣਾ। ਮਗਰੋਂ ਮੈਂ ਦਾਅਵੇ ਨਾਲ ਤੁਹਾਨੂੰ ਕਹਿ ਸਕਦਾ ਉਹ ਦਿਨ ਦੂਰ ਨਹੀਂ ਜਿੱਦੇ ਨਾਭੇ ਦੀ ਸਾਰੀ ਜਿਹੜੀ ਆਪ ਵਾਲੀ ਦੀ ਲੀਡਰਸ਼ਿਪ ਆ ਨਾ ਮਾਫੀ ਮੰਗ ਕੇ ਖਹਿੜਾ ਛਡਾਵੇ। ਜਿਵੇਂ ਕੇਜਰੀਵਾਲ ਸਾਹਿਬ ਨੇ, ਮਾਨਯੋਗ ਮੁੱਖ ਮੰਤਰੀ ਦਿੱਲੀ ਨੇ, ਅੰਮ੍ਰਿਤਸਰ ਦੇ ਵਿੱਚ ਪਹਿਲਾਂ ਇਲਜ਼ਾਮ ਲਾਤੇ ਸਿਆਸੀ ਪਾਰਟੀ ਤੇ, ਜਦੋਂ ਉਹਨਾਂ ਨੇ ਮਾਣਹਾਨੀ ਦਿੱਤੀ ਦਾ ਕੇਸ ਪਾਇਆ, ਫਿਰ ਲਿਖਤੀ ਰੂਪ ਦੇ ਵਿੱਚ ਮਾਫੀ ਮੰਗ ਕੇ ਖਹਿੜਾ ਛਡਾਇਆ ਉਹਨਾਂ ਨੇ। ਇਹੀ ਹਾਲ ਨਾਭੇ ਦੇ ਵਿੱਚ ਹੋਊਗਾ। ਇਹ ਅੱਜ ਆਰੋਪ ਲਾ ਰਹੇ ਨੇ ਨਾ, ਇਹ ਤੁਹਾਨੂੰ ਦੇਖਿਓ ਤੁਹਾਡੇ ਸਾਹਮਣੇ, ਇਹ ਮਾਫੀ ਮੰਗ ਕੇ ਖਹਿੜਾ ਛਡਾਉਣਗੇ। ਆਪ ਦੀ ਸੀਨੀਅਰ ਲੀਡਰਸ਼ਿਪ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿ ਜਿਹੜੇ ਅੱਜ ਵੀ ਉਹ ਆ ਰਹੇ ਅਨਮੋਲ ਗਗਨਮਾਨ ਪ੍ਰੋਟੈਸਟ ਕਰਨ ਆ ਰਹੇ, ਮੰਤਰੀ ਸਾਹਿਬ ਦਾ ਪੁਤਲਾ ਫੂਕਣਗੇ? ਨਹੀਂ, ਸਾਡੀ ਸੀਨੀਅਰ ਲੀਡਰਸ਼ਿਪ ਨੂੰ ਤਾਂ ਅਸੀਂ ਇਹੀ ਬੇਨਤੀ ਕਰਦੇ ਹਾਂ ਵੀ ਸਾਡੀ ਸੀਨੀਅਰ ਲੀਡਰਸ਼ਿਪ ਸਾਰੀ ਬੜੀ ਸੂਝਵਾਨ ਹੈ। ਜਦੋਂ ਕੈਪਟਨ ਸਾਹਿਬ ਨੇ ਹੀ ਕਹਿਤਾ ਆਪ ਦੀ ਕਹਿ ਰਹੇ ਆਪ ਦੀ ਲੀਡਰਸ਼ਿਪ ਨੂੰ ਤਾਂ ਇਹ ਚਾਹੀਦਾ ਵੀ ਪਹਿਲਾਂ ਆਪਣੀ ਮੰਜੀ ਥੱਲੇ ਸੋਟੀ ਮਾਰਨਾ। ਇਲੈਕਸ਼ਨ ਦੇ ਵਿੱਚ 2016-17 ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਕਰੋੜਾਂ ਰੁਪਈਆ ਇਹਨਾਂ ਨੇ ਟਿਕਟਾਂ ਦੇ ਰੂਪ ਵਿੱਚ ਇਕੱਠਾ ਕਰ ਲਿਆ। ਅੱਜ ਜਿਹੜਾ ਦੇਵ ਮਾਨ ਜੀ ਗੱਲਾਂ ਕਰ ਰਹੇ ਨੇ, ਇਹ ਵੀ 1 ਕਰੋੜ ਰੁਪਈਆ ਦੇ ਕੇ ਇਹਨਾਂ ਨੇ ਟਿਕਟ ਲਈ ਸੀ, ਜੋ ਅਸੀਂ ਨਾਭੇ ਦੇ ਵਿੱਚ ਵਿਰੋਧੀਆਂ ਤੋਂ ਸੁਣਦੇ ਸੀ ਵੀ 1 ਕਰੋੜ ਦੇ ਕੇ ਟਿਕਟ ਮਿਲੀ ਹੈ। ਤਾਂ ਹੀ ਤਾਂ ਜੱਸੀ ਸੋਹੀਆਂ ਵਾਲੇ ਦੀ ਟਿਕਟ ਕੱਟੀ ਗਈ ਸੀ, ਨਹੀਂ ਤਾਂ ਜੱਸੀ ਸੋਹੀਆਂ ਵਾਲੇ ਦੀ ਟਿਕਟ ਪੱਕੀ ਸੀਗੀ। ਇਹ ਪੈਸੇ ਦੀ ਪਾਰਟੀ, ਇਹਨਾਂ ਨੇ ਪਿੱਛੇ ਛੋਟੇਪੁਰ ਵੀ ਇਹੀ ਕਰਕੇ ਭੱਜਿਆ, ਪੈਸੇ ਕਰਕੇ ਵੀ। ਇਹ ਦੇਖੋ ਇਹਨਾਂ ਦਾ ਇਹ ਵੱਡਾ ਜਿਹੜਾ ਇਹਨਾਂ ਦਾ ਪਰਿਵਾਰ ਹੈ, ਇਹ ਪਹਿਲਾਂ ਹੀ ਪੈਸੇ ਦੇ ਚੱਕਰ 'ਚ ਖੇਰੂ ਹੋ ਚੁੱਕਿਆ। ਆ ਹੁਣ ਮੂਹਰੇ ਆ ਜਾਣ ਦਿਓ। ਮੈਂ ਤੁਹਾਨੂੰ ਦਾਅਵੇ ਨਾ ਕਹਿਣਾ ਅਮਨ ਅਰੋੜਾ ਜੀ ਤੇ ਭਗਵੰਤ ਮਾਨ ਜੀ ਦੇ ਵਿੱਚ ਖੜਕ ਜਾਣੀ ਹੈ, ਇਹ ਫਿਰ ਪਾਰਟੀ ਖੇਰੂ ਹੋ ਜਾਣੀ ਹੈ। ਉਹਨੇ ਕਹਿਣਾ CM ਦਾ ਕੈਂਡੀਡੇਟ ਮੈਂ ਆ, ਭਗਵੰਤ ਮਾਨ ਨੇ ਕਹਿਣਾ ਮੈਂ ਆ। ਇਹਨਾਂ ਦੇ ਕੋਈ ਇਹ ਨਹੀਂ ਹੈ। ਸਾਡੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ, ਮਾਨਯੋਗ ਕੈਪਟਨ ਅਮਰਿੰਦਰ ਸਿੰਘ ਜੀ ਦੀ ਯੋਗ ਅਗਵਾਈ ਦੇ ਹੇਠ ਸਾਰੀ ਇੱਕ ਮੁੱਠ ਹੈ। ਜੋ ਕੈਪਟਨ ਸਾਹਿਬ ਸਾਡੇ ਮੰਤਰੀ ਜੀ ਨੇ ਵੀ ਕਿਹਾ, ਜੋ ਸਾਡੇ ਕੈਪਟਨ ਸਾਹਿਬ ਇਸ ਦੀ ਇਨਕੁਆਇਰੀ ਕਰਕੇ ਰਿਜ਼ਲਟ ਦੇਣਗੇ, ਅਸੀਂ ਸਜ਼ਾ ਭੁਗਤਣ ਨੂੰ, ਸਾਡੇ ਮਾਨਯੋਗ ਮੰਤਰੀ ਸਾਹਿਬ ਨੇ ਵੀ ਕਿਹਾ ਵੀ ਮੈਂ ਸਜ਼ਾ ਭੁਗਤਣ ਨੂੰ ਤਿਆਰ ਹਾਂ ਜੇ ਮੈਂ ਦੋਸ਼ੀ ਪਾਇਆ ਜਾਣਾ। ਵਿਰੋਧੀ ਇਲਜ਼ਾਮ ਲਗਾ ਰਹੇ ਨਾਭੇ ਕੋਈ ਡਿਵੈਲਪਮੈਂਟ ਨਹੀਂ। ਹਾਂ, ਜਿਹੜੀ ਵਿਰੋਧੀਆਂ ਨੂੰ ਹਜਮ ਨਹੀਂ ਹੋ ਰਹੀ ਡਿਵੈਲਪਮੈਂਟ। ਇਹ ਜਿੱਥੇ ਥੋੜਾ ਜਿਹਾ ਪਾਣੀ ਖੜਾ ਹੁੰਦਾ, ਜਿਵੇਂ ਪਟਿਆਲਾ ਗੇਟ ਗ੍ਰਿਡ ਚੌਂਕ ਹੈ, ਉਹਦੇ ਵਿੱਚ ਕੋਈ ਟੈਕਨੀਕਲ ਕਮਜ਼ੋਰੀਆਂ ਨੇ, ਉਹਨੂੰ ਦੂਰ ਕਰਨ ਵਾਸਤੇ ਤਾਂ ਕੰਮ ਉੱਥੇ ਪੈਂਡਿੰਗ ਹੈ। ਨਹੀਂ, ਉਹ ਪਾਸ ਹੋ ਚੁੱਕਿਆ, ਸੀਵਰੇਜ ਪੈਣਾ ਉੱਥੇ ਵੀ ਸਾਰਾ। ਇਹ ਉਸ ਜਗ੍ਹਾ ਤੇ ਜਾ ਕੇ ਫੋਟੋਆਂ ਆਪਣੀ ਲੀਡਰੀ ਚਮਕਾਉਣ ਦੇ ਲਈ ਫੋਟੋਆਂ ਖਿਚਵਾ ਕੇ ਇਹ ਬਿਆਨ ਦੇ। ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ, ਅਰੇ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਨਾਭੇ ਦੇ ਜਿੱਥੇ ਵਿਕਾਸ ਹੋਇਆ, ਨਾਭੇ ਦੇ ਵਿੱਚ ਜਿੱਥੇ ਵਿਕਾਸ ਹੋਇਆ, ਉੱਥੇ ਜਾ ਕੇ ਕਿਉਂ ਨਹੀਂ ਫੋਟੋਆਂ ਖਿਚਾਉਂਦੇ? ਜਾਣ ਗਊਸ਼ਾਲਾ ਰੋਡ ਤੇ, ਜਾਣ ਦਲੱਦੀ ਵਾਲੇ ਪਾਰਕ ਤੇ, ਜਾਣ ਹਸਪਤਾਲ ਵਾਲੀ ਰੋਡ ਤੇ, ਕਿੱਥੇ ਤੁਹਾਨੂੰ ਗਿਣਾਵਾਂ? ਨਾਭੇ ਦੇ ਵਿੱਚ ਐਡਾ ਵੱਡਾ ਸੀਵਰੇਜ ਦਾ ਟ੍ਰੀਟਮੈਂਟ ਪਲਾਂਟ ਲੱਗ ਰਿਹਾ। ਮੈਂ ਇਹ ਦਾਅਵੇ ਨਾਲ ਕਹਿਣਾ, ਮੇਰੀ 52 ਸਾਲ ਦੀ ਉਮਰ ਹੋ ਗਈ, ਅੱਜ ਤੱਕ ਨਾਭੇ ਦੇ ਲੋਕਾਂ ਨੇ ਸੋਚਿਆ ਵੀ ਨਹੀਂ ਸੀਗਾ ਵੀ ਇੰਨੇ ਵਿਕਾਸ ਦੇ ਕੰਮ ਹੋਣਗੇ। ਸਾਰੇ ਆਪਾਂ ਸਿਆਣੇ ਆ, ਕੰਮ ਹੁੰਦੇ ਨੇ। ਅਜੇ 3 ਸਾਲ ਸਰਕਾਰ ਨੂੰ ਹੋਏ ਨੇ, 3.5 ਸਾਲ। 3.5 ਸਾਲਾਂ ਦਾ ਵਿੱਚ ਪਿੰਡਾਂ ਦਾ ਲੇਖਾ ਜੋਖਾ ਗਿਣ ਲੈਣ, ਕੈਪਟਨ ਸਰਕਾਰ ਦਾ ਔਰ ਬਾਦਲ ਸਰਕਾਰ ਦਾ। ਨਾਭੇ, ਮੈਂ ਬਾਹਲੇ ਪੰਜਾਬ ਦੀ ਗੱਲਾਂ ਵੀ ਨਹੀਂ ਕਰਦਾ, ਮੈਂ ਨਾਭੇ ਦੀਆਂ ਗੱਲਾਂ ਕਰਦਾ ਜੋ ਅਸੀਂ ਅੱਖੀ ਦੇਖਦੇ ਹਾਂ। ਮੈਂ ਝੂਠ ਨਹੀਂ ਬੋਲਣਾ ਕੈਮਰਿਆਂ 'ਚ ਤੁਹਾਡੇ ਦੇ ਆ ਕੇ। ਨਾਭੇ ਦਾ ਵਿਕਾਸ ਦਾ ਤਾਲਮੇਲ ਬਣਾ ਲੈਣ ਔਰ ਪਿੰਡਾਂ ਦੇ ਵਿਕਾਸ ਦਾ ਤਾਲਮੇਲ ਬਣਾ ਲੈਣ। ਜੇ ਇਹਨਾਂ ਦੀਆਂ ਅਕਾਲੀ ਦਲ ਦੀ 10 ਸਾਲ ਦੀ ਸਰਕਾਰ 'ਚ ਸਾਡੇ 3.5 ਸਾਲ ਦਾ ਵਿਕਾਸ ਘੱਟ ਹੋਇਆ, ਜੋ ਮਰਜ਼ੀ ਸਜ਼ਾ ਲਾ ਦਿਓ, ਤੁਹਾਡੀ ਸਜ਼ਾ ਭੁਗਤਣ ਨੂੰ ਤਿਆਰ ਹੋਵਾਂਗੇ। ਹੈ ਤਾਂ ਮੁੱਦਾ ਤਾਂ ਸਾਰਾ ਇਹ ਇਲੈਕਸ਼ਨ ਦਾ ਹੀ ਆ। ਕਿਸੇ ਦੇ ਕਹਿਣ ਨਾਲ ਜਾਂ ਕਿਸੇ ਦੇ ਉਂਗਲੀ ਉਠਾਉਣ ਨਾਲ ਕੋਈ ਵੀ ਚੋਰ ਨਹੀਂ ਬਣ ਜਾਂਦਾ। ਜੇ ਕੋਈ ਵੀ ਕਹਿੰਦਾ ਵੀ ਉਹ ਬੰਦਾ ਚੋਰ ਆ, ਇਟ ਡਜ਼ਨਟ ਮੀਨ ਵੀ ਉਹ ਬੰਦਾ ਚੋਰ ਆ, ਕਿਉਂਕਿ ਇਨਕੁਆਇਰੀ ਕਿਸੇ ਵੀ ਬੰਦੇ ਦੀ ਆ ਤਾਂ ਚੱਲ ਰਹੀ ਆ। ਇਨਕੁਆਇਰੀ ਤੋਂ ਬਾਅਦ ਹੀ ਫੈਸਲਾ ਹੋਏਗਾ ਵੀ ਕੌਣ ਚੋਰ ਹੈ ਜਾਂ ਨਹੀਂ ਹੈਗਾ। ਉਹ ਗੱਲਾਂ ਬਾਅਦ ਦੀਆਂ ਨੇ। ਇਹ ਜਿਹੜੀ ਵੀ ਹੈ ਤਾਂ ਸਾਰਾ ਇਲੈਕਸ਼ਨ ਸਟੰਟ ਆ, ਕਿਉਂਕਿ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਹਰ ਬੰਦੇ ਨੂੰ ਇਹ ਹੈ ਵੀ ਅਸੀਂ ਆਪਣੇ ਵੋਟਰਾਂ ਨੂੰ ਗੁੰਮਰਾਹ ਕਰੀਏ, ਉਹਨਾਂ ਨੂੰ ਪਿੱਛੇ ਕਿਵੇਂ ਲਾਈਏ, ਮੁੱਦਾ ਕੀ ਮਿਲੇ। ਇਸ ਲਈ ਮੁੱਦੇ ਇਕੱਠੇ ਕਰਨ ਦੇ ਚੱਕਰਾਂ ਦੇ ਵਿੱਚ ਇਹਨਾਂ ਨੂੰ ਵਿਰੋਧੀ ਪਾਰਟੀਆਂ ਦਾ ਕੰਮ ਹੈ, ਇਹਨਾਂ ਦਾ ਵਿਰੋਧ ਕਰਨਾ ਹੀ ਕੰਮ ਆ। ਕਿਉਂਕਿ ਨਾਮ ਇਹਨਾਂ ਦਾ ਵਿਰੋਧੀ ਪਾਰਟੀ ਆ ਤਾਂ ਵਿਰੋਧ 'ਚ ਖੜਨਗੇ ਹੀ, ਸਾਡੇ ਹੱਕ 'ਚ ਤਾਂ ਖੜਨ ਨੂੰ ਰਹੇ। ਤਾਂ ਕਰਕੇ ਇਹਨਾਂ ਦਾ ਇਹ ਹੱਕ ਆ। ਇਹ ਇਹਨਾਂ ਨੂੰ
ਜੋ ਕਰ ਰਹੇ ਨੇ ਇਹ ਆਪਦੀ ਡਿਊਟੀ ਕਰ ਰਹੇ ਨੇ। ਸਾਡਾ ਕੰਮ ਅਸੀਂ ਆਪਣਾ ਕਰ ਰਹੇ ਹਾਂ, ਸਾਡੀ ਪਾਰਟੀ ਆਪਣੀ। 39 ਕਰੋੜ ਦਾ ਜੋ ਕਿਹਾ ਮੰਤਰੀ ਸਾਹਿਬ ਤੇ ਲੱਗੇ ਇਲਜ਼ਾਮ ਵੀ ਫਾਈਲਾਂ ਹੀ ਨਹੀਂ ਹੈਗੀਆਂ, ਉਹ ਸਾਰਾ ਗਮਨ 39 ਕਰੋੜ ਦਾ ਕੋਈ ਹਿਸਾਬ ਕਿਤਾਬ ਨਹੀਂ ਹੈਗਾ। ਨਹੀਂ, ਮੰਤਰੀ ਸਾਹਿਬ ਦੇ ਮੁਤਾਬਕ ਜਿਹੜਾ ਜਿੰਨਾ ਵੀ 39 ਕਰੋੜ ਹੈ ਸਮਥਿੰਗ ਜੋ ਵੀ ਹੈ, ਮੰਤਰੀ ਸਾਹਿਬ ਦੇ ਮੁਤਾਬਕ ਉਹਨਾਂ ਨੇ ਬਿਆਨ ਦੇ ਚੁੱਕੇ ਨੇ ਵੀ ਜੋ ਵੀ ਹੈ ਉਹ ਸਾਰਾ ਰਿਕਾਰਡ ਦੇ ਵਿੱਚ ਹੈ। ਰਿਕਾਰਡ ਦੇ ਤੋਂ ਬਿਨਾਂ ਇੱਕ ਪੈਸਾ ਵੀ ਹੈ ਨਹੀਂ, ਨਾ ਇਹ ਰਿਕਾਰਡ ਤੋਂ ਬਾਹਰ ਜਾ ਸਕਦਾ, ਨਾ ਕਿਸੇ ਦੇ ਪਰਸਨਲ ਅਕਾਊਂਟ ਦੇ ਵਿੱਚ ਇਹ ਪੈ ਸਕਦਾ। ਜੋ ਵੀ ਹੈ ਇਹ ਬਾਏ ਸਾਰਾ ਰਿਕਾਰਡ ਦੇ ਮੁਤਾਬਕ ਚੱਲ ਰਿਹਾ, ਜਿਵੇਂ ਮੰਤਰੀ ਸਾਹਿਬ ਦੱਸ ਰਹੇ ਨੇ। ਇਹਦੇ ਨਾਲ ਕੁਝ ਫਰਕ ਤਾਂ ਨਹੀਂ ਪਏਗਾ, ਜਿਵੇਂ ਕਾਂਗਰਸੀ ਵਰਕਰਾਂ ਵਿੱਚ ਜਿਸ ਤਰ੍ਹਾਂ ਜਿਹੜੀਆਂ ਲਗਾਤਾਰ ਰੌਲਾ ਪੈ ਰਿਹਾ ਕਈ ਦਿਨਾਂ ਘੁਟਾਲੇ? ਨਹੀਂ, ਫਰਕ ਵਾਲੀ ਇਹਦੇ ਵਿੱਚ ਕੋਈ ਗੱਲ ਨਹੀਂ। ਅਸੀਂ ਆਪਣੇ ਲੀਡਰ ਦੇ ਹੱਕ ਦੇ ਵਿੱਚ ਖੜਨਾ, ਅਸੀਂ ਆਪਣੀ ਪਾਰਟੀ ਦੇ ਹੱਕ ਦੇ ਵਿੱਚ ਖੜਨਾ। ਜੋ ਜਿਵੇਂ ਪਹਿਲਾਂ ਦੱਸ ਚੁੱਕੇ ਨੇ ਸਾਡੇ ਪ੍ਰਧਾਨ ਜੀ ਵੀ ਸੀਐਮ ਸਾਹਿਬ ਨੇ ਆਲਰੇਡੀ ਇਹ ਕਹਿ ਚੁੱਕੇ ਨੇ ਵੀ ਕਾਨੂੰਨ ਦੇ ਉੱਤੋਂ ਦੀ ਕੋਈ ਨਹੀਂ ਹੈ, ਚਾਹੇ ਅਸੀਂ ਆ ਜਾਂ ਕੋਈ ਵੀ ਪਾਰਟੀ ਆ। ਕਾਨੂੰਨ ਸਾਰਿਆਂ ਨਾਲੋਂ ਵੱਡਾ, ਕਾਨੂੰਨ ਦੇ ਉੱਪਰ ਦੀ ਕੋਈ ਨਹੀਂ ਹੈ। ਜੋ ਚੱਲ ਰਿਹਾ, ਇਨਕੁਆਰੀਆਂ ਚੱਲ ਰਹੀਆਂ ਨੇ। ਅਗਰ ਕੋਈ ਦੋਸ਼ੀ ਪਾਇਆ ਜਾਂਦਾ ਤਾਂ ਮੰਤਰੀ ਜੀ ਨੇ ਵੀ ਕਿਹਾ ਵੀ ਅਗਰ ਮੈਂ ਦੋਸ਼ੀ ਪਾਇਆ ਜਾਂਦਾ ਤਾਂ ਮੈਂ ਉਸ ਦੀ ਸਜ਼ਾ ਭੁਗਤਣ ਲਈ ਤਿਆਰ ਹਾਂ। ਇੱਕ ਆਪ ਆਰੋਪ ਲਾ ਰਹੀ ਹੈ ਵੀ ਤੁਹਾਡੀ ਕਾਂਗਰਸ ਤੇ ਅਕਾਲੀ ਦਲ ਦਾ ਨਾਭੇ ਸਾਂਠਗਾਂਠ ਹੈ, ਇਸੇ ਕਰਕੇ ਅਕਾਲੀ ਦਲ ਇੱਥੇ ਪ੍ਰਦਰਸ਼ਨ ਨਹੀਂ ਕਰ ਰਹੇ ਖੁੱਲ੍ਹ ਕੇ। ਨਹੀਂ, ਸਾਂਠਗਾਂਠ ਕੋਈ ਨਹੀਂ ਹੈ ਜੀ। ਗੱਲ ਇਹ ਹੈ ਵੀ ਇਹ ਉਹਨਾਂ ਦਾ ਅੰਦਰੂਨੀ ਮਸਲਾ ਹੈ ਵੀ ਅਕਾਲੀ ਕਿਉਂ ਨਹੀਂ ਵਿਰੋਧ ਕਰ ਰਹੇ ਜਾਂ ਉਹਨਾਂ ਦੀ ਇਕਜੁੱਟਤਾ ਨਹੀਂ ਹੋ ਰਹੀ, ਇਹ ਉਹਨਾਂ ਦਾ ਮਸਲਾ। ਸਾਡਾ ਕਿਸੇ ਨਾਲ ਕੋਈ ਸਾਂਠਗਾਂਠ ਨਹੀਂ। ਅਗਰ ਕੋਈ ਵੀ ਬੰਦਾ ਤਾਂ ਦਫਾ 44 ਜਿਹੜੀ ਲੱਗੀ ਹੋਈ ਆ ਉਹ ਕਾਨੂੰਨ ਦੀ ਹਰ ਇੱਕ ਨੂੰ ਪਾਲਣਾ ਕਰਨੀ ਚਾਹੀਦੀ ਹੈ। ਜੇ ਅਸੀਂ ਇਕੱਠ ਕਰਾਂਗੇ ਤਾਂ ਸਾਡੇ ਤੇ ਵੀ ਹੋਊਗਾ। ਅਸੀਂ ਪ੍ਰੈਸ ਕਾਨਫਰੰਸਾਂ ਕਿਉਂ 2 ਜਾਣੇ ਕਰ ਰਹੇ ਹਾਂ ਜਾਂ ਕਿਉਂ ਨਹੀਂ, ਅਸੀਂ ਕਾਨੂੰਨ ਤੋਂ ਬਾਹਰ ਕਿਉਂ ਨਹੀਂ ਜਾ ਰਹੇ? ਇਸ ਕਰਕੇ ਵੀ ਕਾਨੂੰਨ ਦੇ ਅੰਦਰ ਰਹਿ ਕੇ ਅਸੀਂ ਆਪਣਾ ਕੰਮ ਵੀ ਕਰ ਲਈਏ ਔਰ ਸਾਡੇ ਤੇ ਕੋਈ ਉਂਗਲੀ ਵੀ ਨਾ ਉੱਠੇ। ਇਹ ਅਕਾਲੀਆਂ ਨੇ ਦੇਖਣਾ ਵੀ ਉਹਨਾਂ ਦਾ ਕੀ ਮਸਲਾ, ਅਸੀਂ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ। ਮੰਤਰੀ ਸਾਹਿਬ ਨੇ ਪਿੰਡਾਂ 'ਚ ਕੀ ਡਿਵੈਲਪਮੈਂਟ ਕਰੇ? ਪਿੰਡਾਂ ਦੇ ਵਿੱਚ ਰੈਗੂਲਰਲੀ ਹਰ ਇੱਕ ਪਿੰਡ ਦੇ ਵਿੱਚ ਚੱਲ ਰਹੇ ਨੇ। ਆ ਪਿਛਲੀ ਵਾਰ ਵੀ ਆ ਥੋੜ੍ਹੇ ਦਿਨ ਪਹਿਲਾਂ 6 ਕਰੋੜ ਰੁਪਏ ਦੇ ਚੈੱਕ ਜੋ ਵਿਕਾਸ ਕਾਰਜਾਂ ਲਈ 144 ਪਿੰਡ ਨੇ ਸਾਡੇ, ਤੇ ਸਾਡੇ ਇੱਛਾਮਾਨ ਜੀ ਭੋਜੋ ਮਾਜਰੀ ਬਲਾਕ ਸਮਿਤੀ ਦੇ ਚੇਅਰਮੈਨ ਨੇ, ਉਹਨਾਂ ਦੇ ਥਰੂ ਸਾਰਾ ਕੁਝ ਦਿੱਤਾ ਗਿਆ। ਪ੍ਰਧਾਨ ਜੀ ਸਾਡੇ ਬਲਵਿੰਦਰ ਬਿੱਟੂ ਜੀ ਢਿੰਗੀ ਤੋਂ ਇਹ ਵੀ ਨਾਲ ਸੀਗੇ, ਤੇ ਇਹਨਾਂ ਦੀ ਰਹਿਨਮਾਈ ਹੇਠ ਸਾਰਾ ਕੁਝ ਉਹ 6 ਕਰੋੜ ਦਾ 144 ਪਿੰਡਾਂ ਦੇ ਵਿੱਚ ਜਿਹੜਾ ਚੱਲ ਰਿਹਾ। ਸੋ ਦੱਸ ਦਈਏ ਕਿ ਐਸਸੀ ਅਤੇ ਬੀਸੀ ਵਿਦਿਆਰਥੀਆਂ ਦੇ ਵਜ਼ੀਫੇ ਵਿੱਚ ਹੋਏ ਘੁਟਾਲੇ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ, ਜਿੱਥੇ ਵਿਰੋਧੀ ਪਾਰਟੀਆਂ ਵੱਲੋਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉੱਥੇ ਹੁਣ ਕੁਝ ਕਾਂਗਰਸੀ ਪਾਰਟੀ ਆਗੂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਹੱਕ ਵਿੱਚ ਨਿਤਰ ਰਹੇ ਨੇ। Now Even Punjabi launch a newspaper, The Power of Words. Now you check out all our daily updates on our website www.evenpunjabi.com and all updates on our social networks, Facebook, Twitter, Instagram and YouTube. Thank you. मैं अपने ਇਹ ਮੋਢਿਆਂ ਤੇ ਗੋਡਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤੇ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਆਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਕੁ ਮਹੀਨੇ ਲਾਣਾ ਆਪਣੇ ਸਿਰ ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ। ਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ, ਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ, ਕਿਤੇ ਸੋਸਾਇਟੀ 'ਚ ਬੈਠੇ ਹਾਂ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਏ। ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੌਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੌਨਫੀਡੈਂਟ ਹਾਂ ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।